ਜਾਂਦੀ ਹੈ ਕਿ ਮੰਡੀ ਵਿੱਚ ਸੁੱਕਾ ਝੋਨਾ ਹੀ ਲਿਆਂਦਾ ਜਾਵੇ ਜੀ। ਸਾਉਣੀ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ, ਇਸ ਲਈ ਮੰਡੀ ਵਿੱਚ ਕਿਸੇ ਪ੍ਰਕਾਰ ਦਾ ਵਾਹਨ ਖੜਾ ਨਾ ਕੀਤਾ ਜਾਵੇ। ਸਮੂਹ ਆੜ੍ਹਤੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਮੁੱਖ ਮੰਡੀ ਅਤੇ ਖਰੀਦ ਕੇਂਦਰਾਂ ਵਿੱਚ ਆਪਣੇ ਫੜਾਂ ਉੱਪਰ ਤਰਪਾਲਾਂ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ ਜੀ। ਬਠਿੰਡਾ ਦੀ ਮੰਡੀ ਵਿੱਚ ਵੀ ਝੋਨੇ ਦੀ ਆਮਦ ਹੋਈ ਸ਼ੁਰੂ। ਇਸ ਸਮੇਂ डिप्टी कमिश्नर श्री शौकत अहमद परे ਵੱਲੋਂ ਬੋਲੀ ਦਾ ਉਦਘਾਟਨ ਕੀਤਾ ਗਿਆ ਅਤੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਅਤੇ ਕੰਬਾਈਨਾਂ 7 ਤੋਂ ਸਵੇਰ 10 ਵਜੇ ਤੱਕ ਨਾ ਚਲਾਈਆਂ ਜਾਣ ਤਾਂ ਜੋ ਸਹੀ ਮੌਚਰ ਵਾਲਾ ਝੋਨਾ ਮੰਡੀਆਂ ਵਿੱਚ ਆਵੇ ਅਤੇ ਤੁਰੰਤ ਉਸ ਦੀ ਬੋਲੀ ਹੋ ਸਕੇ। ਅਤੇ ਉਹਨਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਮੰਡੀ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ, ਪਾਣੀ, ਛਾਂ ਅਤੇ ਬਾਥਰੂਮਾਂ ਦੇ ਮੁਕੰਮਲ ਪ੍ਰਬੰਧ ਹਨ। दोनों लड्डू अभी लड्डू थे। जिवें आपां सारे जानते हैं कि जिहड़ा ये ਝੋਨੇ ਦਾ ਸੀਜ਼ਨ ਹੈਗਾ, ਇਹਦੀ ਖਰੀਦ ਫਰੋਖਤ ਦਾ ਸੀਜ਼ਨ ਹੈਗਾ, ਉਹ 1 ਤਾਰੀਖ ਨੂੰ ਸ਼ੁਰੂ ਹੋ ਗਿਆ ਸੀਗਾ। ਤੇ ਸਾਡੇ ਇੱਥੇ ਸਭ ਤੋਂ ਪਹਿਲਾਂ ਗੋਨਿਆਣੇ ਵਿੱਚ ਆਈ ਸੀਗੀ ਤੇ ਬਠਿੰਡੇ ਜਿਹੜੀ ਮੇਨ ਮੰਡੀ ਹੈਗੀ ਹੈ ਇੱਥੇ ਸਾਡੇ ਕੋਲ ਪਹਿਲੀ ਵਾਰੀ ਪਰਸੋਂ ਇੱਥੇ ਪਹਿਲੀ ਫਸਲ ਆਈ ਸੀ, ਜਿਹੜਾ ਥੋੜਾ ਜਿਹਾ ਮੋਇਸਚਰ ਵਗੈਰਾ ਸਾਰਾ ਚੈੱਕ ਕਰਨ ਤੋਂ ਬਾਅਦ ਹੁਣ ਅੱਜ ਜਿਹੜੀ ਏਜੰਸੀ ਹੈਗੀ ਆ ਮਾਰਕਫੈਡ ਇੱਥੇ ਬਠਿੰਡਾ ਮੰਡੀ ਵਿੱਚ ਜਿਹੜਾ ਪਰਚੇਜ਼ ਹੈ ਉਹ ਅੱਜ ਸ਼ੁਰੂ ਕਰਾ ਰਹੇ ਹਾਂ ਆਪਾਂ। ਤੇ ਸਾਰੇ ਜਿਵੇਂ ਤੁਸੀਂ ਦੇਖਦੇ ਹੋ ਕਿ ਪਹਿਲਾ ਪਰਚੇਜ਼ ਜਿਹੜਾ ਹੈਗਾ ਉਹ ਹੋ ਚੁੱਕੀ ਹੈ ਤੇ ਇੱਥੇ ਨਾਲ ਹੀ ਆਪਾਂ ਇਹ ਵੀ ਵੇਖ ਰਹੇ ਹਾਂ ਕਿ ਸਾਰੇ ਇੰਤਜ਼ਾਮ ਜਿਹੜੇ ਹੈਗੇ ਉਹ ਸਰਕਾਰ ਵੱਲੋਂ ਕੀਤੇ ਗਏ ਹਨ ਤੇ ਆਪਾਂ ਇਨਸ਼ੋਰ ਕਰ ਰਹੇ ਹਾਂ ਕਿ ਜਿਹੜੇ ਵੀ ਕਿਸਾਨ ਇੱਥੇ ਆਪਣਾ ਮਾਲ ਲਿਆਉਣਗੇ ਉਹਨਾਂ ਨੂੰ ਕੋਈ ਅੜਚਨ ਨਾ ਆਵੇ, ਕੋਈ ਪਰੇਸ਼ਾਨੀ ਨਾ ਹੋਏ ਤੇ ਉਹਨਾਂ ਦਾ ਮਾਲ ਜਿਹੜਾ ਹੈਗਾ ਉਹ ਸਮੇਂ ਸਿਰ ਤੇ ਉਹਨਾਂ ਦਾ ਉਹ ਚੁੱਕਿਆ ਵੀ ਜਾਵੇ ਤੇ ਨਾਲ ਹੀ ਉਹਨਾਂ ਦੀ ਪੇਮੈਂਟ ਵੀ ਸਮੇਂ ਸਿਰ ਹੋ ਜਾਵੇ। ਸਰ ਫਸਲ ਸੁੱਕੀ ਆ ਰਹੀ ਹੈ ਤੇ ਰੇਟ ਕੀ ਲੱਗ ਰਿਹਾ ਜੀ? देखिए रेट हाले जो MSP है MSP ਤੇ ਹੀ ਮਾਰਕਫੈਡ ਵੱਲੋਂ ਜਿਹੜਾ ਹੈਗਾ ਉਹ ਲਿਆ ਗਿਆ ਹੈ। ਇਹ ਪ੍ਰਾਈਵੇਟ ਪਰਚੇਜ਼ ਨਹੀਂ ਹੈਗੀ ਹੈ। ਸਾਡੇ ਗੋਨਿਆਣਾ ਵਿੱਚ ਥੋੜੀ ਜਿਹੀ 20 ਰੁਪਇਆ ਵੱਧ ਜਿਹੜੀ MSP ਹੈ ਉਸ ਤੋਂ ਵੀ ਕਿਤੇ ਥੋੜੀ 20 MT ਜਿਹੜੀ ਹੈਗੀ ਉਹ ਪਰਚੇਜ਼ ਹੋਈ ਹੈ। ਪਰ ਅੱਜ ਦੀ ਜਿਹੜੀ ਇਹ ਡੇਰੀ ਹੈਗੀ ਹੈ ਇਹ MSP ਤੇ ਮਾਰਕਫੈਡ ਵੱਲੋਂ ਜਿਹੜੀ ਹੈਗੀ ਉਹ ਚੱਕੀ ਰਹੀ ਹੈ। ਸੁੱਕੀ ਹੈਗੀ ਹੈ, 17% ਅਲਾਉਡ ਹੈਗਾ, ਇਹ 14.5% ਦੇ ਨੇੜੇ ਤੇੜੇ ਸੀਗਾ ਤਾਂ ਕੋਈ ਇਸ਼ੂ ਨਹੀਂ ਹੈਗਾ। ਸਰ ਕਿਸਾਨਾਂ ਨੂੰ ਹਰ ਕਿਸਾਨ ਨੂੰ ਹਰ ਸਾਲ ਦਿੱਕਤ ਆਉਂਦੀ ਹੈ। ਕਿਸਾਨਾਂ ਦਾ ਕਹਿਣਾ ਵੀ ਰਾਤ ਨੂੰ ਜਿਹੜਾ ਝੋਨਾ ਚੋਰੀ ਹੁੰਦਾ ਤੇ ਨਾਲ ਇਹਨੂੰ ਬੈਠਣ ਦੀ ਵੀ ਸਮੱਸਿਆ ਆਉਂਦੀ ਹੈ, ਪਾਣੀ ਪੀਣ ਵਾਲਾ ਪ੍ਰੋਪਰ ਸਹੀ ਨਹੀਂ ਮਿਲਦਾ ਜੀ। ਇਹ ਮੈਨੂੰ ਲਾਸਟ ਟਾਈਮ ਮੈਂ ਇੱਥੇ ਉਸ ਟਾਈਮ पे भी ਆਇਆ ਸੀਗਾ ਤਾਂ ਉਸ ਟਾਈਮ ਮੈਂ ਬਾਰ-ਬਾਰ 2-3 ਵਾਰੀ ਇੱਥੇ ਮੰਡੀ ਦੇ ਮੈਂ ਚੱਕਰ ਲਾਇਆ ਸੀਗਾ ਤਾਂ ਮੈਨੂੰ ਕਿਸੇ ਨੇ ਇਸ ਤਰੀਕੇ ਦੀ ਪਿਛਲੀ ਸੀਜ਼ਨ ਵਿੱਚ ਮੈਨੂੰ ਕਿਸੇ ਨੇ ਇਸ ਤਰੀਕੇ ਦੀ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਤੇ ਇਸ ਟਾਈਮ ਤੇ ਪਰ ਆਪਾਂ PCR ਜਿਹੜੀ ਹੈਗੀ ਹੈ ਪੁਲਿਸ ਦੀ ਉਹਦੀ ਡਿਊਟੀ ਲਾਈ ਸੀ ਕਿ ਉਹ ਕੰਟੀਨਿਊਸਲੀ ਰਾਤ ਨੂੰ ਜਿਹੜੇ ਇੱਥੇ ਚੱਕਰ ਲਾ ਕੇ ਜਾਂਦੀ ਸੀ। ਉਹੀ ਇਸ ਵਾਰੀ ਵੀ ਆਪਾਂ ਕਰ ਰਹੇ ਹਾਂ ਕਿ ਉਹ ਇਸ ਵਾਰ ਵੀ ਜਿਹੜਾ ਇੱਥੇ ਰਾਤ ਨੂੰ ਵੀ ਲਵਾਇਆ ਕਰੇਗੀ ਜਿਹੜੀ ਪੁਲਿਸ ਦੀ ਆਪਣੀ ਟੀਮਸ ਨੇ। ਇਸ ਤੋਂ ਇਲਾਵਾ ਮੰਡੀ ਬੋਰਡ ਨੇ ਵੀ ਆਪਣੇ ਆਫੀਸ਼ੀਅਲਸ ਲਵਾਏ ਨੇ ਤੇ ਇੱਥੇ ਪਾਣੀ ਦਾ ਦੋਨੋਂ ਤਰੀਕੇ ਦਾ ਹੀ ਇੰਤਜ਼ਾਮ ਹੈਗਾ, ਡਾਇਰੈਕਟ ਪਾਣੀ ਵੀ ਹੈਗਾ ਤੇ ਨਾਲ ਹੀ ਜਿਹੜਾ ਕੈਂਪਸ ਵਗੈਰਾ ਹੈ ਜੇ ਉਹਦੀ ਲੋੜ ਵੀ ਪੈਂਦੀ ਹੈ ਉਹ ਵੀ ਆਪਾਂ ਪ੍ਰੋਵਾਈਡ ਕਰਾਂਗੇ। ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਅਪੀਲ ਕੀ ਕਰਨਾ ਚਾਹੁੰਦੇ ਕਿਸਾਨਾਂ ਨੂੰ ਜੀ? ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਸੁੱਕਾ ਅਪੀਲ ਦੇਖੇ ਮੈਂ ਦੋਨੋਂ ਤਰੀਕੇ ਦੇ ਨਾਲ ਇੱਕ ਇਹ ਕਿ ਆਪਾਂ ਸਭ ਤੋਂ ਪਹਿਲਾਂ ਜਿਹੜਾ ਇੱਥੇ ਲੈ ਕਰ ਆਉਣਾ ਹੈ ਕਿਉਂਕਿ ਦੇਖੋ ਮੰਡੀ ਤੁਹਾਡੇ ਲਈ ਬਣੀ ਹੋਈ ਹੈ, ਕਿਸਾਨਾਂ ਦੇ ਲਈ ਬਣੀ ਹੋਈ ਹੈ ਤੇ ਆਪਾਂ ਪਹਿਲਾਂ ਇਹ ਫੈਸਲਾ ਕੀਤਾ ਹੋਇਆ, ਆਰਡਰ ਵੀ ਕੀਤਾ ਹੋਇਆ ਹੈ ਕਿ ਜਿਹੜੇ ਕੰਬਾਈਨ ਹੈਗੇ ਆ ਉਹ ਸ਼ਾਮ ਜਿਹੜੇ ਹੈਗੇ ਆ 7 ਵਜੇ ਤੋਂ ਲੈ ਕੇ ਸਵੇਰ 10 ਵਜੇ ਤੱਕ ਜਿਹੜਾ ਹੈ ਉਹ ਨਾ ਚਲਾਓ ਕਿਉਂਕਿ ਉਹਦੇ ਬਾਅਦ ਫਿਰ ਮੋਇਸਚਰ ਵਧੂਗਾ, ਤੁਸੀਂ ਇੱਥੇ ਲੈ ਕੇ ਆਓਗੇ, ਇੱਥੇ ਥਾਂ ਹੋਣੀ ਨਹੀਂ, ਦੂਜੇ ਕਿਸਾਨਾਂ ਨੂੰ ਵੀ ਪਰੇਸ਼ਾਨੀ ਹੋਣੀ ਹੈ ਤੇ ਆਪਾਂ ਇੱਕ ਉਹ ਜਿਹੜਾ ਆਪਾਂ ਇਨਸ਼ੋਰ ਕਰ ਦਈਏ ਤਾਂ ਮੋਇਸਚਰ ਦੀ ਪਰੇਸ਼ਾਨੀ ਜਿਹੜੀ ਕਿ ਉਹ ਨਹੀਂ ਆਊਗੀ, ਤੁਹਾਨੂੰ ਵੀ ਇੱਥੇ ਪਰੇਸ਼ਾਨ ਨਹੀਂ ਹੋਣਾ ਪਵੇਗਾ। ਇੱਕ ਤਾਂ ਉਹ ਵਾਲਾ ਹੈਗਾ। ਦੂਜਾ ਇੱਥੇ ਆ ਕੇ ਜੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਸਾਡੇ ਇੱਥੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਨਾਲ ਟਾਈ ਅਪ ਕਰੋ, ਮੇਰੀ ਨੋਟਿਸ ਵਿੱਚ ਲਿਆਓ, ਆਪਾਂ ਬਿਲਕੁਲ ਤੁਹਾਡੇ ਨਾਲ ਹੈ, ਤੁਹਾਡੇ ਉਹਨਾਂ ਦੇ ਸਹਿਯੋਗ ਦੀ ਲੋੜ ਹੈਗੀ ਇਹਦੇ ਵਿੱਚ। ਤੀਜਾ ਹੈਗਾ ਕਿ ਪਰਾਲੀ ਨੂੰ ਅੱਗ ਨਾ ਲਾਓ।
ਕਿਉਂਕਿ ਉਹ ਜਿਵੇਂ ਵੀ ਤੁਸੀਂ ਜਾਣਦੇ ਹੀ ਹੋ ਕਿ ਇਹ ਆਪਣੇ ਬੱਚਿਆਂ ਦੇ ਸਿਹਤ ਦਾ ਵੀ ਇਸ਼ੂ ਹੈ, ਆਪਣਾ ਸਿਹਤ ਦਾ ਵੀ ਇਸ਼ੂ ਹੈ। ਤੇ 1500 ਰੁਪਏ ਦੇ ਵੱਧ ਖਰਚੇ ਦੇ ਲਈ ਆਪਾਂ ਜੇ ਇਸ ਤਰੀਕੇ ਨਾਲ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਲਈ ਇਹ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਭਾਵੇਂ ਆਪਾਂ ਦਿੱਲੀ ਦਾ ਕਹਿੰਦੇ ਹੈ ਤਾਂ ਦੇਸ਼ ਤਾਂ ਇੱਕ ਹੀ ਹੈਗਾ, ਭਾਵੇਂ ਲੋਕ ਇਹ ਕਹਿਣ ਕਿ ਜੀ ਦਿੱਲੀ ਵਾਲਿਆਂ ਨੇ ਸਾਨੂੰ ਸਪੋਰਟ ਅਭੀ ਕਰ ਰਹੇ ਹੈ ਜਾਂ ਨਹੀਂ ਕਰ ਰਹੇ, ਜਾਂ ਫਿਰ ਸਾਡੀ ਗਲਤੀ ਨਹੀਂ ਹੈ, ਉੱਥੇ ਹੋਰ ਪੋਲੂਸ਼ਨ ਜਿਹੜਾ ਹੈਗਾ ਉਹ ਵਹੀਕੂਲਰ ਟ੍ਰੈਫਿਕ ਦਾ ਵੀ ਹੈ, ਹੋਰ ਵੀ ਕਿਸੇ ਚੀਜ਼ ਦਾ ਹੋਏਗਾ। ਪਰ ਜਿਹੜਾ ਇਹ ਵਾਲਾ ਪਾਰਟ ਹੈ, ਜੇ ਆਪਾਂ ਇਹਨੂੰ ਰੋਕ ਸਕਦੇ ਹਾਂ ਤਾਂ ਆਪਾਂ ਨੂੰ ਰੋਕਣਾ ਚਾਹੀਦਾ ਹੈ। ਤਾਂ ਮੈਂ ਤਾਂ ਅਪੀਲ ਬੇਨਤੀ ਇਹੀ ਕਰਾਂਗਾ ਕਿਸਾਨਾਂ ਤੋਂ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਸਾਡੇ ਕੋਲ ਮਸ਼ੀਨਰੀ ਸਫੀਸ਼ੀਐਂਟ ਹੈਗੀ ਹੈ, ਜਿੰਨੀ ਮਸ਼ੀਨਰੀ ਚਾਹੀਦੀ ਹੈ ਉਤਨੀ ਮਸ਼ੀਨਰੀ ਹੈ। ਜੇ ਕਿਸੇ ਨੂੰ ਕੋਈ ਵੀ ਅੜਚਨ ਆਉਂਦੀ ਹੈ, ਆਪਾਂ ਹਰੇਕ ਪਿੰਡ ਤੇ ਇੱਕ ਨੋਡਲ ਆਫਿਸਰ ਲਵਾਇਆ ਹੋਇਆ ਹੈ, ਉਹ ਨੋਡਲ ਆਫਿਸਰ ਦੇ ਨਾਲ ਟਾਈ ਅਪ ਕਰੋ, ਉਹ ਤੁਹਾਨੂੰ ਮਸ਼ੀਨਰੀ ਪ੍ਰੋਵਾਈਡ ਕਰਵਾ ਦੇਣਗੇ ਜਿੱਥੇ ਵੀ ਕਿਤੇ ਨਾਲ ਵਾਲੇ ਪਿੰਡ ਵਿੱਚ ਹੋਵੇਗੀ। ਪਰ ਪਰਾਲੀ ਨੂੰ ਆਪਾਂ ਇਸ ਵਾਰੀ ਅੱਗ ਨਾ ਲਾਈਏ। ਸਰ ਜੀ ਉਹ ਬਠਿੰਡੇ ਆਪਾਂ ਮੰਡੀ ਦੀ ਗੱਲ ਕਰੀਏ, ਇਹ ਲੇਟ ਕਿਉਂ ਹੋ ਗਈ ਹੈ? 8 ਤਰੀਕ ਹੋ ਗਈ ਹੈ, 8 ਤਰੀਕ ਨੂੰ ਆਈ ਹੈ ਜੀ, ਕਾਰਨ ਕੀ ਹੈ? ਪਹਿਲਾਂ ਵੀ ਕਿਤੇ ਵੀ ਜਿਹੜਾ ਬਠਿੰਡੇ ਦਾ ਹੈਗਾ ਮੰਡੀ ਤਾਂ ਪਹਿਲਾਂ ਸੇ ਹੀ ਸ਼ੁਰੂ ਹੋ ਸੀਗੀ, ਪਰ ਇੱਥੇ ਅਰਾਈਵਲ ਹੀ ਲੇਟ ਹੁੰਦੀ ਹੈ। ਇਹ ਜਿਹੜਾ 1 ਤਾਰੀਖ ਦਾ ਡੇਟ ਫਿਕਸ ਕੀਤਾ ਗਿਆ ਹੈ ਸਰਕਾਰ ਵੱਲੋਂ, ਇਹ ਬੇਸਿਕਲੀ ਮਾਝੇ ਨੂੰ ਦੇਖ ਕੇ ਕੀਤਾ ਗਿਆ ਹੈ, ਕਿਉਂਕਿ ਉੱਥੇ ਅੰਮ੍ਰਿਤਸਰ ਤਰਨਤਾਰਨ ਉਸ ਏਰੀਆ ਵਿੱਚ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਤੇ ਇੱਥੇ ਸਾਡੇ ਪਿਛਲੇ ਸਾਲ ਵੀ 7-8 ਤਾਰੀਖ ਦੇ ਨੇੜੇ ਤੇੜੇ ਹੀ ਸ਼ੁਰੂ ਹੋਇਆ ਸੀ। ਕਿ ਇਹ ਤਾਂ ਕਿਸਾਨ ਤੇ ਹੈ, ਕਿਉਂਕਿ ਹਾਲੇ ਵੀ ਤੁਸੀਂ ਦੇਖ ਰਹੇ ਹੋ, ਮੈਂ ਕੱਲ ਵੀ ਖੇਤਾਂ ਵਿੱਚ ਗਿਆ ਸੀਗਾ, ਹਾਲੇ ਵੀ ਮੈਨੂੰ ਲੱਗਦਾ ਹੈ ਕਿ ਕਈ ਸਾਰੀ ਥਾਵਾਂ ਤੇ 10-15 ਦਿਨ ਹੋਰ ਲੱਗ ਸਕਦੇ ਨੇ ਕਿ ਜਦ ਤੱਕ ਉਹ ਫਸਲ ਜਿਹੜਾ ਹੈਗਾ ਉਹ ਤਿਆਰ ਹੋ ਜਾਊਗੀ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਕੋਈ ਇਹ ਹੈ ਜੋ ਕਿਸਾਨ ਹੈ ਜੋ ਹੁਣੇ ਲਿਆਊਗਾ, ਸਾਡੇ ਕੋਲ ਅਭੀ ਐਕਚੁਅਲ ਵਿੱਚ ਜਿਹੜਾ ਮਾਲ ਇੱਕ ਸਾਥ ਆਊਗਾ ਉਹਦੇ ਵਿੱਚ 10-15 ਦਿਨ ਦਾ ਸਮਾਂ ਲੱਗ ਸਕਦਾ ਹੈ। ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ? ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ, ਤੇ ਅੱਜ ਬਠਿੰਡੇ ਮੰਡੀ ਦੇ ਵਿੱਚ ਮਾਨਯੋਗ ਡੀ ਸਾਹਿਬ ਨੇ ਇੱਥੇ ਆ ਕੇ ਬੋਲੀ ਸਟਾਰਟ ਕਰਵਾਈ ਹੈ ਆਪਣੀ ਝੋਨੇ ਦੀ। ਤੇ ਆਪਣੇ ਤੇ ਕਰਮਜੀਤ ਸਿੰਘ ਪੁੱਤਰ ਲਾਭ ਸਿੰਘ ਪਿੰਡ ਫੂਸ ਮੰਡੀ ਤੋਂ ਕਨਈਆ ਟੇਡਰ ਫਰਮ ਤੇ ਝੋਨਾ ਲੈ ਕੇ ਆਏ ਸੀਗੇ। ਅੰਦਾਜ਼ਨ 150 ਕੁਇੰਟਲ ਵਜਨ ਸੀਗਾ ਤੇ ਉਸਦੀ ਬੋਲੀ ਅੱਜ ਮਾਰਕੀਟ ਵੱਲੋਂ ਲਵਾਤੀ ਗਈ ਹੈ। ਸਰਕਾਰ ਵੱਲੋਂ ਇਸ ਸਾਲ ਜੀ ਆਪਣੇ 2060 ਰੁਪਏ MSP ਰੇਟ ਹੈਗਾ, ਤੇ ਉਸ ਰੇਟ ਤੇ ਬੋਲੀ ਹੋਈ ਹੈ। ਪ੍ਰਬੰਧਾਂ ਦੀ ਗੱਲ ਕੀਤੀ ਜਾਵੇ, ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਆਪਣੇ ਜੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮੰਡੀ ਦੇ ਵਿੱਚ ਮੇਨ ਤਾਂ ਪਹਿਲਾਂ ਸਫਾਈ ਦਾ, ਤੇ ਉਸ ਤੋਂ ਬਾਅਦ ਲਾਈਟਾਂ ਦਾ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਲੈਬੋਰਟਰੀ ਬਲਾਕਸ ਦਾ ਪ੍ਰਬੰਧ, ਤੇ ਸਾਰੇ ਪ੍ਰਬੰਧ ਇਸ ਤਰ੍ਹਾਂ ਮੁਕੰਮਲ ਕੀਤੇ ਗਏ ਆ। ਸਾਡੇ ਵੱਲੋਂ ਇੱਥੇ ਜਿਵੇਂ ਚੌਂਕੀਦਾਰ ਵੀ ਰੱਖੇ ਗਏ ਆ ਮੰਡੀ ਦੇ ਵਿੱਚ, ਤੇ ਸਾਰੇ ਪ੍ਰਬੰਧ ਓਕੇ ਕੀਤੇ ਹੋਏ ਜੀ। ਜਿਹੜੀ ਫਸਲ ਆਈ ਹੈ ਕਿ ਸੁੱਕੀ ਫਸਲ ਆਈ ਹੈ ਕਿ ਜਾਂ ਕੋਈ ਮੁੱਚ ਰਹਿ ਗਿਆ? ਨਹੀਂ, ਜਿਹੜੀ ਹੁਣ ਤੱਕ ਫਸਲ ਆਈ ਆਪਣੇ ਕੋਲ 300 ਕੁਇੰਟਲ ਦੇ ਕਰੀਬ ਆ ਗਈ ਅੱਜ ਤੱਕ ਹੁਣ ਤੱਕ, ਤੇ ਉਹ ਚੋਂ 150 ਕੁਇੰਟਲ ਦੀ ਬੋਲੀ ਹੋ ਗਈ ਹੈ। ਤੇ ਜਿਹੜੀ ਹੁਣ ਤੱਕ ਦੇਖੀ ਅਸੀਂ 14, 15, 16 ਇੰਨਾ ਕੁ ਮੌਸਮ ਆ ਰਿਹਾ, ਇਸ ਤੋਂ ਹਜੇ ਜ਼ਿਆਦਾ ਨਹੀਂ ਆ ਰਿਹਾ ਹੈਗਾ, ਸੁੱਕੀ ਆ ਰਹੀ ਹੈਗੀ। ਜਿਵੇਂ ਮੌਸਮ ਲੱਗਦਾ ਕਿ ਬੱਦਲ ਆਏ ਤੇ ਇਹਦੇ ਵਾਸਤੇ ਵੀ ਕੋਈ ਪ੍ਰਬੰਧ ਕੀਤੇ ਗਏ ਹੈਗੇ? ਹਾਂਜੀ, ਅਸੀਂ ਸਾਡੇ ਵੱਲੋਂ ਸਾਰੇ ਆੜ੍ਹਤੀਆਂ ਭਰਾਵਾਂ ਨੂੰ ਬੇਨਤੀ ਕੀਤੀ ਗਈ ਹੈ, ਹਦਾਇਤਾਂ ਕੀਤੀਆਂ ਗਈਆਂ ਵੀ ਤਰਪਾਲਾਂ ਦਾ ਪ੍ਰਬੰਧ ਰੱਖਣ ਇੱਥੇ। ਤੇ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਹਜੇ ਜਿਵੇਂ ਆਮਦ ਥੋੜ੍ਹੀ ਹੈ, ਸ਼ੈੱਡਾਂ ਹੇਠਾਂ ਹੀ ਲਾਈ ਜਾਵੇ, ਸ਼ੈੱਡਾਂ ਤੋਂ ਬਾਹਰ ਨਾ ਲਾਈ ਜਾਵੇ। ਤੇ ਬਾਕੀ ਅਸੀਂ ਉਮੀਦ ਕਰਦੇ ਹਾਂ ਵੀ ਸੁੱਕਾ ਝੋਨਾ ਆਈ ਜਾਊਗਾ, ਇੱਥੇ ਕੋਈ ਦਿੱਕਤ ਨਹੀਂ ਆਊਗੀ। ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਸਾਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਜੀ, ਅਪੀਲ ਕਰਦੇ ਹਾਂ ਵੀ ਫਸਲ ਨੂੰ ਆਪਣੀ ਸੁੱਕਣ ਤੋਂ ਹੀ ਵੱਢਣ ਤੇ ਸੁੱਕੀ ਏਜੰਸੀ ਲੈ ਕੇ ਆਉਣ ਇੱਥੇ, ਤੇ ਉਹਨਾਂ ਆਪਾਂ ਨੂੰ ਸਾਰੇ ਆਪਾਂ ਸੌਖੇ ਰਹਾਂਗੇ, ਨਾਲ ਦੀ ਨਾਲ ਕੰਮ ਆਪਣਾ ਨਿਬੜੀ ਜਾਊਗਾ ਜੀ। ਵੀਰ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਤੁਹਾਡਾ? ਕਰਮਜੀਤ ਸਿੰਘ ਹੈ ਜੀ, ਫੂਸ ਮੰਡੀ ਪਿੰਡ ਹੈ ਜੀ। ਕਿਦੋਂ ਲੈ ਕੇ ਆਏ ਸੀ ਝੋਨਾ? ਪਰਸੋਂ ਲੈ ਕੇ ਆਏ ਸੀ। ਤੇ ਕਿਵੇਂ ਸੁੱਕਾ ਝੋਨਾ ਸੀਗਾ ਤੇ ਹਾਂਜੀ, ਝੋਨਾ ਸੁੱਕਾ ਵਾ। ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਕਿਸੇ ਨੂੰ? ਨਹੀਂ ਪ੍ਰੋਬਲਮ, ਬਸ ਉਹ ਹੜਤਾਲ ਚੱਲੀ ਜਾਂਦੀ ਸੀ ਤਾਂ ਇੱਕ ਦਿਨ ਲੱਗ ਗਿਆ, ਨਹੀਂ ਤਾਂ ਉਹਦੇ 2 ਦਿਨ ਦੇ। ਅੱਜ ਬੋਲੀ ਹੋ ਗਈ ਹੈਗੀ? ਹਾਂਜੀ। ਕੀ ਰੇਟ ਲੱਗਿਆ? ਰੇਟ ਤਾਂ ਸਰਕਾਰੀ ਵੱਜੇ ਹੋਏ ਜੀ, 2000 ਤੋਂ ਉੱਪਰ ਕੁਛ ਨਹੀਂ। 2060 ਰੁਪਏ। ਤਸੱਲੀ ਹੈਗੀ ਤੁਹਾਨੂੰ ਵੀ ਵਧੀਆ? ਹਾਂਜੀ। ਅੱਛਾ, ਜੇ ਕਿਸਾਨ ਨੂੰ ਦਿੱਕਤ ਆਉਂਦੀ ਹੈ, ਪ੍ਰਸ਼ਾਸਨ ਕਹਿ ਰਿਹਾ ਕਿ ਸਾਰੇ ਪ੍ਰਬੰਧ ਕਰੇ ਕੀਤੇ ਹੈ, ਕਿਸਾਨ ਨੂੰ ਕੋਈ ਪਰੇਸ਼ਾਨੀ ਨਹੀਂ ਆਈ ਦਿੱਤੀ ਮੰਡੀ ਵਿੱਚ, ਇਹ ਬਾਰੇ ਕੀ ਕਹਿਣਾ? ਨਹੀਂ, ਹਜੇ ਤੱਕ ਤਾਂ ਕੋਈ ਪਰੇਸ਼ਾਨੀ ਆਈ ਨਹੀਂ ਜੀ, ਮਤਲਬ ਹੜਤਾਲ ਚੱਲੀ ਜਾਂਦੀ ਸੀ। ਕੱਲ ਸਫਾਈ ਹੋ ਗਈ, ਅੱਜ ਰੋਲ ਜਾਣਾਗਾ। ਨਹੀਂ, ਪਾਣੀ ਪੂਣੀ ਟੋਇਲਟ ਟੂਇਲਟ ਦੇ ਇਸ ਤੇ ਪ੍ਰਬੰਧ ਕਿਸ ਤਰ੍ਹਾਂ ਦੇ ਇੱਥੇ? ਹਾਂਜੀ, ਇੱਕ ਵਾਰ ਤੋਂ ਹਜੇ ਲੋਕ ਕਰ ਜਾਂਦੇ ਆ ਜੀ, ਇਸ ਤੋਂ ਬਾਅਦ ਖੁੱਲ੍ਹ ਜਾਂਦੇ ਆ ਬਾਅਦ 'ਚ। ਸਹੀ ਹੈ ਪ੍ਰਬੰਧ ਸਾਰੇ?